ਡੀਅਰ ਸਟੂਡੈਂਟਸ ਵੈਲਕਮ। ਅੱਜ ਅਸੀਂ ਪੜਾਂਗੇ ਡਾਟਾ ਕਲੈਕਸ਼ਨ। ਆਫਟਰ ਦਾ ਫਾਰਮੂਲੇਸ਼ਨ ਆਫ ਹਾਈਪੋਥੈਸਿਸ ਨੈਕਸਟ ਸਟੈਪ ਹੈ ਸਾਡਾ ਡਾਟਾ ਕਲੈਕਸ਼ਨ। ਡਾਟਾ ਦੋ ਤਰ੍ਹਾਂ ਦਾ ਹੋਏਗਾ, ਪ੍ਰਾਇਮਰੀ ਡਾਟਾ ਤੇ ਸੈਕੰਡਰੀ ਡਾਟਾ। ਪ੍ਰਾਇਮਰੀ ਡਾਟਾ ਕਲੈਕਸ਼ਨ ਦਾ ਸਭ ਤੋਂ ਫਸਟ ਮੈਥਡ ਹੈ ਆਬਜ਼ਰਵੇਸ਼ਨ ਮੈਥਡ। ਆਬਜ਼ਰਵੇਸ਼ਨ ਮੈਥਡ 'ਚ ਕੀ ਹੁੰਦਾ ਹੈ ਕਿ ਅਸੀਂ ਕਿਸੇ ਇੰਡੀਵਿਜੂਅਲ ਨੂੰ ਡਾਇਰੈਕਟ ਆਬਜ਼ਰਵ ਕਰਨਾ ਹੈ ਤੇ ਡਾਟਾ ਕਲੈਕਟ ਕਰਨਾ ਹੈ। Observation method becomes a scientific tool and method of data collection for a researcher when it serves as a formulated purpose. Is systematically planned and recorded and subjected to checks and controls in validity and reliability. वैसे ऑब्जर्व करना एक साइंटिफिकली सही नहीं होएगा। ऑब्जर्वेशन साइंटिफिक कदों बन जाती है ਜਦੋਂ ਅਸੀਂ ਇਸ ਨੂੰ ਰਿਸਰਚ ਪਰਪਸ ਵਾਸਤੇ ਯੂਜ਼ ਕਰਦੇ ਹਾਂ। ਇਸ ਨੂੰ ਸਿਸਟਮੈਟਿਕ ਤੇ ਪਲੈਨਡ ਵੇ ਨਾਲ ਕੀਤਾ ਜਾਂਦਾ ਹੈ ਤੇ ਇੱਕ ਪ੍ਰੋਪਰ ਰਿਕਾਰਡ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਆਬਜ਼ਰਵੇਸ਼ਨਸ ਤੋਂ ਰਿਕਾਰਡਡ ਡਾਟਾ ਨੂੰ ਅਸੀਂ ਚੈੱਕ ਕਰਦੇ ਹਾਂ ਤੇ ਉਸ ਦੀ ਜਿਹੜੀ ਵੈਲਿਡਿਟੀ ਤੇ ਰਿਲਾਇਬਿਲਿਟੀ ਨੂੰ ਦੇਖਿਆ ਜਾਂਦਾ ਹੈ। ਤਾਂ ਆਬਜ਼ਰਵੇਸ਼ਨ ਮੈਥਡ ਦੇ ਵਿੱਚ ਅਸੀਂ ਜਿਹੜਾ ਇੰਡੀਵਿਜੂਅਲ ਹੈ ਉਸ ਤੋਂ ਅਸੀਂ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ। Information is sought by the way of investor's own direct observation without asking from the respondent. ਅਸੀਂ ਬਿਨਾਂ ਕੁਝ ਰਿਸਪੋਂਡੈਂਟ ਨੂੰ ਪੁੱਛੇ ਅਸੀਂ ਸਿਰਫ ਆਬਜ਼ਰਵੇਸ਼ਨ ਦੇ ਦੁਆਰਾ ਡਾਟਾ ਇਕੱਠਾ ਕਰਨਾ ਹੁੰਦਾ ਹੈ। Second, the main advantage of this method is that subjective bias is eliminated. Subjective biasing ਇਸ 'ਚ ਨਹੀਂ ਆਏਗੀ ਕਿਉਂਕਿ ਸਿਰਫ ਆਬਜ਼ਰਵੇਸ਼ਨ ਮੈਥਡ ਦੇ ਨਾਲ ਹੀ ਆਬਜ਼ਰਵ ਕਰਕੇ ਹੀ ਡਾਟਾ ਨੂੰ ਕਲੈਕਟ ਕੀਤਾ ਜਾਂਦਾ ਹੈ। ਜੇਕਰ ਆਬਜ਼ਰਵੇਸ਼ਨ ਐਕੂਰੇਟਲੀ ਕੀਤੀ ਗਈ ਹੈ ਤਾਂ ਇਸ ਵਿੱਚ ਕੋਈ ਸਬਜੈਕਟਿਵ ਬਾਇਸ ਨਹੀਂ ਆਏਗਾ। ਸੈਕੰਡਲੀ, ਇਨਫੋਰਮੇਸ਼ਨ ਆਬਟੇਨਡ ਅੰਡਰ ਦਿਸ ਮੈਥਡ ਰਿਲੇਟਸ ਟੂ ਵਾਟ ਇਜ਼ ਕਰੰਟਲੀ ਹੈਪਨਿੰਗ। ਕੀ ਹੈ ਕਿ ਇਨਫੋਰਮੇਸ਼ਨ ਜੋ ਅਸੀਂ ਇਕੱਠੀ ਕਰ ਰਹੇ ਹਾਂ ਤਾਂ ਉਹ ਇਹ ਦੱਸ ਰਹੀ ਹੈ, ਇਹ ਪਤਾ ਲੱਗ ਰਿਹਾ ਹੈ ਸਾਨੂੰ ਕਿ ਹੁਣ ਕੀ ਹੋ ਰਿਹਾ ਹੈ। It is not complicated by either the past behavior or future intention or attitudes. ਇਸ ਦਾ past ਅਤੇ future ਦਾ ਕੋਈ effect ਨਹੀਂ ਹੋਏਗਾ। Thirdly, this method is independent of respondents' willingness to respond or such as relatively less demanding of active cooperation of part of the respondent as happens to be the case in the interview or questionnaire method. ਇਹਦੇ ਵਿੱਚ respondent ਰਿਸਪੌਂਡ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਇਸ ਦੇ ਉੱਪਰ ਡਿਪੈਂਡ ਨਹੀਂ ਕਰਦਾ, ਸਿਰਫ ਆਬਜ਼ਰਵ ਹੀ ਕੀਤਾ ਜਾਂਦਾ ਹੈ। ਰਿਸਪੋਂਡੈਂਟ ਜਿਵੇਂ ਕਿ ਕੁਐਸਚਨੇਅਰ ਤੇ ਇੰਟਰਵਿਊ ਮੈਥਡ ਦੇ ਵਿੱਚ ਕੀ ਹੁੰਦਾ ਹੈ ਕਿ ਰਿਸਪੋਂਡੈਂਟ ਦੇ ਉੱਪਰ ਡਿਪੈਂਡ ਕਰਦਾ ਕਿ ਉਹ ਸਹੀ ਰਿਸਪੌਂਡ ਕਰ ਰਿਹਾ ਕਿ ਨਹੀਂ ਕਰ ਰਿਹਾ, ਉਹ ਕਰਨਾ ਵੀ ਚਾਹੁੰਦਾ ਰਿਸਪੌਂਡ ਕਿ ਨਹੀਂ। ਉਹਦੀ ਐਕਟਿਵ ਕੋਆਪਰੇਸ਼ਨ ਦੀ ਲੋੜ ਨਹੀਂ ਹੁੰਦੀ, ਸਿਰਫ ਆਬਜ਼ਰਵ ਕਰਨਾ ਹੁੰਦਾ ਹੈ। ਦਿਸ ਮੈਥਡ ਇਜ਼ ਪਾਰਟਿਕੂਲਰਲੀ ਸੂਟੇਬਲ ਇਨ ਸਟੱਡੀਜ਼ ਵਿਚ ਡੀਲਸ ਵਿਦ ਸਬਜੈਕਟਸ who are not capable of giving verbal reports of their feelings for one reason or other. ਅਸੀਂ ਉੱਥੇ ਇਹ ਸਟੱਡੀ ਕਰਦੇ ਹਾਂ। ਇਹ ਸਟੱਡੀ ਉੱਥੇ ਸੂਟੇਬਲ ਹੈ ਜਿੱਥੇ ਕੋਈ ਜਿਹੜਾ ਰਿਸਪੋਂਡੈਂਟ ਹੈ ਉਹ ਆਪਣੀਆਂ ਫੀਲਿੰਗਸ ਨੂੰ ਜ਼ਿਆਦਾ ਰਿਸਪੌਂਡ ਨਹੀਂ ਕਰ ਸਕਦਾ ਜਾਂ ਉਹ ਕਿਸ ਤਰੀਕੇ ਨਾਲ ਕਰਨਾ ਨਹੀਂ ਚਾਹੁੰਦਾ। However, observation method has various limitations. Firstly, it is expensive method. ਇਹ ਮਹਿੰਗਾ ਮੈਥਡ ਹੈ। Second, the information provided by this method is very limited. ਇਹ ਇਸ ਦੀ ਕਮੀ ਹੈ। तीसरी है कि sometimes unforeseen factors may interfere with the observational task. कुछ अणचाहे सडन कुछ फैक्टर इस तरह के आ जाते हैं जिस नाल कि असी उस प्रॉपर उस ऑब्जर्व साडे ऑब्जर्वेशन टास्क दे विच जिहड़ा है वो इंटरफेयर करते हैं। नेक्स्ट मैथड है इंटरव्यू मैथड। इंटरव्यू मैथड जिहड़ा है इहदे विच की है कि ओरल वर्बल ਕੁਐਸਚਨਸ ਪੁੱਛੇ ਜਾਂਦੇ ਨੇ ਇੱਕ ਰਿਸਪੋਂਡੈਂਟ ਨੂੰ ਤੇ ਉਸ ਦੇ ਨਾਲ ਉਹ ਰਿਸਪੋਂਡੈਂਟ ਹੈ ਉਸ ਨੂੰ ਰਿਸਪੌਂਡ ਕਰਦਾ ਹੈ। ਦੋ ਤਰ੍ਹਾਂ ਦੀ ਇੰਟਰਵਿਊ ਮੈਥਡ ਹੋ ਸਕਦੇ ਨੇ, ਪਰਸਨਲ ਇੰਟਰਵਿਊਜ਼ ਤੇ ਦੂਸਰਾ ਹੈ ਟੈਲੀਫੋਨਿਕ ਇੰਟਰਵਿਊਜ਼। ਪਰਸਨਲ ਇੰਟਰਵਿਊ 'ਚ ਕੀ ਹੁੰਦਾ ਹੈ ਕਿ ਪਰਸਨਲ ਇੰਟਰਵਿਊ ਦੇ ਵਿੱਚ ਇੱਕ ਪਰਸਨ ਚਾਹੀਦਾ ਹੈ ਨੋਨ ਐਜ਼ ਇੰਟਰਵਿਊਅਰ, ਜਿਹੜਾ ਕਿ ਕੁਐਸਚਨ ਪੁੱਛਦਾ ਹੈ, ਫੇਸ ਟੂ ਫੇਸ ਕੰਟੈਕਟ ਕਰਦਾ ਹੈ ਟੂ ਦਾ ਅਦਰ ਪਰਸਨ ਔਰ ਪਰਸਨਸ at the time of interviewee may also ask certain questions and the interviewer responds to these, but usually the interviewer initiates the interview and collects the information.
ਪਰਸਨਲ ਕੰਟੈਕਟ ਫੇਸ ਟੂ ਫੇਸ ਕੰਟੈਕਟ ਦੁਆਰਾ ਇੱਕ ਪਰਸਨ ਨੂੰ ਜਾਂ ਪਰਸਨਸ ਨੂੰ ਨੰਬਰ ਆਫ ਪਰਸਨਸ ਨੂੰ ਅਸੀਂ ਕੁਐਸਚਨ ਪੁੱਛਦੇ ਹਾਂ ਤੇ ਉਸ ਦੇ ਜੋ ਹੈ ਆਨਸਰਸ ਨੇ ਉਸ ਦੇ ਬੇਸਿਸ ਤੇ ਇਨਫੋਰਮੇਸ਼ਨ ਇੱਕ ਕਲੈਕਟ ਕੀਤੀ ਜਾਂਦੀ ਹੈ। Despite the variations in interview techniques, the major advantage and weakness of personal interview can be enumerated in a general way. ਇੰਟਰਵਿਊ ਮੈਥਡ ਦੀਆਂ ਕੁਝ ਕਮੀਆਂ ਨੇ, ਕੁਝ ਵੀਕਨੈਸਸ ਨੇ, ਤਾਂ ਕੁਝ ਐਡਵਾਂਟੇਜ ਵੀ ਹੈਗੀਆਂ, ਕੁਝ ਕਮੀਆਂ ਵੀਕਨੈਸਸ ਵੀ ਹੈਗੀਆਂ। ਤਾਂ ਅਸੀਂ ਕੁਝ ਪੜ੍ਹਦੇ ਹਾਂ ਕਿ ਇਸ ਮੈਥਡ ਦੀਆਂ ਮੈਰਿਟਸ ਕੀ ਨੇ। ਮੋਰ ਇਨਫੋਰਮੇਸ਼ਨ ਐਂਡ ਦੈਟ ਟੂ ਇਨ ਗ੍ਰੇਟਰ ਡੈਪਥ ਕੈਨ ਬੀ ਓਬਟੇਨਡ, ਕਿਉਂਕਿ ਆਬਜ਼ਰਵੇਸ਼ਨ ਦੁਆਰਾ ਜੋ ਅਸੀਂ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ ਉਹ ਲਿਮਟਿਡ ਸੀਗੀ। ਇਸ ਮੈਥਡ ਦੁਆਰਾ ਜਿਹੜੀ ਇਨਫੋਰਮੇਸ਼ਨ ਹੈ ਉਹ ਜ਼ਿਆਦਾ ਤੇ ਡੀਪ ਅਸੀਂ ਇਨਫੋਰਮੇਸ਼ਨ ਓਬਟੇਨ ਕਰ ਸਕਦੇ ਹਾਂ। Interviewer by his own skill can overcome the resistance if any of the respondent. The interview method can be made to yield an almost perfect sample of general population. ਜੇਕਰ ਇੰਟਰਵਿਊਅਰ ਐਕਸਪਰਟ ਹੈ ਤਾਂ ਫਿਰ ਉਹ ਰਿਸਪੋਂਡੈਂਟ ਤੋਂ ਇੱਕ ਜਿਹੜੀ ਹੈ ਪਰਫੈਕਟ ਸੈਂਪਲ ਆਫ ਇਨਫੋਰਮੇਸ਼ਨ ਦਾ ਉਹ ਕਲੈਕਟ ਕਰ ਸਕਦਾ ਹੈ। ਫਲੈਕਸੀਬਿਲਿਟੀ ਜ਼ਿਆਦਾ ਹੁੰਦੀ ਹੈ ਇਸ ਮੈਥਡ ਦੇ ਵਿੱਚ। observation method can as well be applied to a recording verbal answer to various questions. Personal information can as well be obtained easily under this method. ਪਰ ਪਰਸਨਲ ਇਨਫੋਰਮੇਸ਼ਨ ਅਸੀਂ ਆਬਜ਼ਰਵੇਸ਼ਨ ਮੈਥਡ ਨਾਲ ਨਹੀਂ ਸੀ ਅਸੀਂ ਇਕੱਠੀ ਕਰ ਸਕਦੇ, ਬਟ ਦਿਸ ਮੈਥਡ ਨਾਲ ਅਸੀਂ ਪਰਸਨਲ ਇੰਟਰਵਿਊ ਦੇ ਨਾਲ ਅਸੀਂ ਪਰਸਨਲ ਇਨਫੋਰਮੇਸ਼ਨ ਵੀ ਇਕੱਠੀ ਕਰ ਸਕਦੇ ਹਾਂ। Samples can be controlled more effectively as there arises no difficulty of missing returns. No non-response generally remains very low. ਕਿਉਂਕਿ ਪਰਸਨਲ ਇੰਟਰਵਿਊ ਹੋ ਰਹੀ ਹੈ ਤਾਂ ਜਿਹੜਾ ਨੌਨ ਰਿਸਪੌਂਸ ਜਿਹੜਾ ਹੈ ਉਹ ਬਹੁਤ ਹੀ ਘੱਟ ਹੋਏਗਾ। The interviewer can usually control which persons will answer the question. There is no possible mailed questionnaire approach. If so desired, group discussion may also be held. ਇਹਦੇ ਵਿੱਚ ਇੰਟਰਵਿਊ ਜਿਹੜਾ ਹੈ ਉਹ ਪਰਸਨ ਜਾਂ ਗਰੁੱਪ ਆਫ ਪਰਸਨਸ ਨੂੰ ਜਿਹੜਾ ਹੈ ਉਹ ਈਜ਼ੀਲੀ ਕੰਟਰੋਲ ਕਰ ਸਕਦਾ ਹੈ ਜੋ ਆਨਸਰ ਕਰ ਰਹੇ ਨੇ। ਤਾਂ ਇਸ ਦੇ ਵਿੱਚ ਕੋਈ ਮੇਲਡ ਕੁਐਸਚਨਰ ਅਪਰੋਚ ਨਹੀਂ ਹੈ, ਡਾਇਰੈਕਟ ਫੇਸ ਟੂ ਫੇਸ ਕੰਟੈਕਟ ਹੈ। The interviewer may catch the information off guard, thus may secure the most spontaneous reactions that would be the case if mailed question is used. Next है the language of the interview can be adopted. Language of the language of the interview can be adopted to the ability or educational level of the person interviewed. ਜਿਸ ਪਰਸਨ ਨੂੰ ਇੰਟਰਵਿਊ ਕੀਤਾ ਜਾ ਰਿਹਾ ਹੈ ਉਸਦੀ ਐਜੂਕੇਸ਼ਨਲ ਲੈਵਲ, ਉਸਦੀ ਐਬਿਲਿਟੀ ਦੇ ਉੱਪਰ ਆਧਾਰ ਤੇ ਇਸ ਨੂੰ ਅਸੀਂ ਲੈਂਗੁਏਜ ਯੂਜ਼ ਕਰ ਸਕਦੇ ਹਾਂ ਇੰਟਰਵਿਊ ਦੀ। ਫੋਰ ਐਗਜ਼ਾਮਪਲ ਜੇ ਕਿਸੇ ਨੂੰ ਇੰਗਲਿਸ਼ ਨਹੀਂ ਆ ਰਹੀ ਤਾਂ ਉਸਨੂੰ ਕਿਸੇ ਹੋਰ ਲੈਂਗੁਏਜ ਹਿੰਦੀ ਪੰਜਾਬੀ ਦੇ ਵਿੱਚ ਵੀ ਕੁਐਸਚਨ ਕੀਤਾ ਜਾ ਸਕਦਾ ਹੈ। ਇੰਟਰਵਿਊਅਰ ਕੈਨ ਕਲੈਕਟ ਇਹ ਵਾਲਾ ਜਿਹੜਾ ਮੈਥਡ ਹੈ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਲੈਂਗੁਏਜ ਅਸੀਂ ਯੂਜ਼ ਕਰ ਸਕਦੇ ਹਾਂ ਜਿਹੜੀ ਇੰਟਰਵਿਊ ਨੂੰ ਆ ਰਹੀ ਹੈ, ਤਾਂ ਜੇ ਅਸੀਂ ਉਸਨੂੰ ਕਿਸੇ ਮੇਲ ਕਰਾਂਗੇ ਕੁਐਸਚਨੇਅਰ, ਅਸੀਂ ਇੰਗਲਿਸ਼ ਵਿੱਚ ਮੇਲ ਕੀਤਾ ਹੈ ਬਟ ਉਹ ਹੋ ਸਕਦਾ ਹੈ ਕਿ ਉਸ ਕੁਐਸਚਨੇਅਰ ਨੂੰ ਉਹ ਸਮਝ ਨਾ ਪਾਇਆ ਹੋਵੇ ਤਾਂ ਉਸਨੂੰ ਉਸ ਪ੍ਰੋਪਰ ਰਿਸਪੌਂਡ ਨਹੀਂ ਕਰ ਪਾਏਗਾ। ਪਰ ਜਿਹੜਾ ਪਰਸਨਲ ਇੰਟਰਵਿਊ ਹੈ, ਪਰਸਨਲ ਇੰਟਰਵਿਊ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਪਰਸਨਲ ਇੰਟਰਵਿਊ ਦੇ ਵਿੱਚ ਉਹੀ ਲੈਂਗੁਏਜ ਯੂਜ਼ ਕੀਤੀ ਜਾਏਗੀ ਜੋ ਉਸ ਪਰਸਨ ਨੂੰ, ਜੋ ਉਸਦਾ ਲੈਵਲ ਹੈ ਜਾਂ ਉਸਦੀ ਐਜੂਕੇਸ਼ਨਲ ਲੈਵਲ ਹੈ, ਜੋ ਉਸਨੂੰ ਆਉਂਦੀ ਹੈ। ਇੰਗਲਿਸ਼ ਨਹੀਂ ਆਉਂਦੀ ਤਾਂ ਉਸਨੂੰ ਹੋਰ ਲੈਂਗੁਏਜ ਵਿੱਚ ਕੁਐਸਚਨ ਪੁੱਛ ਕੀਤੀ ਜਾ ਸਕਦੀ। The interviewer can collect supplementary information about the respondent's personal characteristics, environment which is often of great value in interpreting the result. Interviewer ਕੁਛ ਹੋਰ ਐਕਸਟਰਾ ਨੌਲੇਜ ਵੀ ਲੈ ਸਕਦਾ ਹੈ ਪਰਸਨ ਤੋਂ, ਜਿਸ ਨੂੰ ਰਿਸਪੋਂਡੈਂਟ ਤੋਂ, ਉਸਦੇ ਪਰਸਨਲ ਬਿਹੇਵੀਅਰ, ਉਸਦੇ ਇਨਵਾਇਰਨਮੈਂਟ ਬਾਰੇ, ਜੋ ਕਿ ਉਸ ਡਾਟਾ ਕਲੈਕਸ਼ਨ ਦੇ ਵਿੱਚ ਬਾਅਦ ਇੰਟਰਪ੍ਰੀਟੇਸ਼ਨ ਦੇ ਵਿੱਚ ਉਸਨੂੰ ਕਾਫੀ ਹੈਲਪ ਮਿਲਦੀ ਹੈ। ਕੁਝ ਵੀਕਨੈਸਿਸ ਵੀ ਹੈਗੇ ਨੇ ਇੰਟਰਵਿਊ ਮੈਥਡ ਦੀਆਂ। ਇਹ ਬਹੁਤ ਮਹਿੰਗਾ ਮੈਥਡ ਹੈ। ਜਦੋਂ ਅਸੀਂ ਬਹੁਤ ਜ਼ਿਆਦਾ ਵੱਡੇ ਜਿਓਗ੍ਰਾਫੀਕਲ ਅਸੀਂ ਸੈਂਪਲ ਲੈਣਾ ਹੁੰਦਾ ਤਾਂ ਇਹ ਬਹੁਤ ਐਕਸਪੈਂਸਿਵ ਮੈਥਡ ਹੈ। ਤਾਂ ਹਰ ਪਰਸਨ ਕੋਲ ਜਾਣਾ, ਉਸਦੇ ਲਈ ਟਾਈਮ, ਇਹ ਕਾਫੀ ਐਕਸਪੈਂਸਿਵ ਮੈਥਡ ਹੋਏਗਾ। There means the possibility of bias of interviewer as well as that of the respondent. Biasing ਆਉਣ ਦੇ ਚਾਂਸਸ ਹੈਗੇ ਨੇ।
नेक्स्ट है certain types of respondents such as important officials or executives or people in high income group may not be easily approachable under this method, and to that extent the data may prove inadequate. This method is relatively more time consuming ज़्यादा होएगा ਜਦੋਂ ਕਿ ਸੈਂਪਲ ਅਸੀਂ ਵੱਡਾ ਲੈ ਰਹੇ ਹਾਂ ਤਾਂ ਉਸ ਨੂੰ ਰੀਕਾਲ ਕਰਨਾ ਜਿਹੜਾ ਹੈ ਉਹ ਨੈਸੈਸਰੀ ਹੁੰਦਾ ਹੈ ਤੇ ਇਸ ਕਰਕੇ ਇਸ ਲਈ ਬਹੁਤ ਜ਼ਿਆਦਾ ਟਾਈਮ ਲੱਗੇਗਾ the presence of interviewer on the spot may overstimulate the respondent, sometimes even to extent that he may give imaginary information just to make the interview interesting. ਤਾਂ ਇਸ ਨਾਲ ਕੀ ਹੈ ਕਿ ਜੋ ਰਿਸਪੋਂਡੈਂਟ ਹੈ ਉਹ ਹੋ ਸਕਦਾ ਕੁਝ ਕਾਲਪਨਿਕ ਜਿਹੜੀ ਹੈ ਇਨਫੋਰਮੇਸ਼ਨ ਵੀ ਦੇ ਦੇਵੇ ਐਕਚੁਅਲ ਇਨਫੋਰਮੇਸ਼ਨ ਤੋਂ ਹਟ ਕੇ, ਤਾਂ ਇਸ ਦੇ ਵਿੱਚ ਇਹ ਇੱਕ ਕਮੀ ਹੈ. ਅੰਡਰ ਦਾ ਇੰਟਰਵਿਊ ਮੈਥਡ ਦੀ ਆਰਗੇਨਾਈਜੇਸ਼ਨ ਰਿਕੁਆਇਰਡ ਫਾਰ ਸਿਲੈਕਟਿੰਗ ਟ੍ਰੇਨਿੰਗ ਐਂਡ ਸੁਪਰਵਾਈਜ਼ਿੰਗ ਦਾ ਫੀਲਡ ਸਟਾਫ ਇਜ਼ ਮੋਰ ਕੰਪਲੈਕਸ ਫਾਰ ਫਾਰਮੀਡੇਬਲ ਪ੍ਰੋਬਲਮ. ਤਾਂ ਇਸ ਦੇ ਵਿੱਚ ਸਾਨੂੰ ਸਟਾਫ ਦੀ ਲੋੜ ਹੋਏਗੀ, ਫੀਲਡ ਸਟਾਫ ਦੀ ਲੋੜ ਹੋਏਗੀ, ਤੇ ਫੀਲਡ ਸਟਾਫ ਨੂੰ ਟ੍ਰੇਨ ਕਰਨਾ, ਸੁਪਰਵਾਈਜ਼ ਕਰਨਾ, ਸਿਲੈਕਟ ਕਰਨਾ ਇਹ ਇੱਕ ਜਿਹੜਾ ਹੈ ਇਹ काफ़ी एक्सपेंसिव भी है और टाइम कंज्यूमिंग वाला काम भी है. नेक्स्ट है इंटरव्यूज एट टाइम्स मे आल्सो ड्यू टू सिस्टमैटिक एरर्स. कुछ सिस्टमैटिक एरर भी आ सकती ने. इफेक्टिव इंटरव्यू presupposes proper report with the respondent that would facilitate free and frank responses. This is often a very difficult requirement. ਤਾਂ ਫ੍ਰੀ ਤੇ ਫਰੈਂਕ ਰਿਸਪੌਂਸ ਲੈਣ ਦੇ ਲਈ ਸਾਨੂੰ ਉਸ ਤਰ੍ਹਾਂ ਦਾ ਜਿਹੜਾ ਹੈਗਾ ਐਨਵਾਇਰਨਮੈਂਟ ਕ੍ਰੀਏਟ ਕਰਨਾ ਪਏਗਾ, ਤਾਂ ਇਹ ਇੱਕ ਜੋ ਕਿ ਕਾਫੀ ਮੁਸ਼ਕਿਲ ਕੰਮ ਹੈ. ਦੂਸਰਾ ਮੈਥਡ ਹੈ ਟੈਲੀਫੋਨ ਇੰਟਰਵਿਊਜ਼. ਇਹ ਐਕਚੁਅਲੀ ਥੋੜ੍ਹਾ ਜਿਹਾ ਪਰਸਨਲ ਇੰਟਰਵਿਊ ਨਾਲੋਂ ਜ਼ਿਆਦਾ ਕਨਵੀਨੀਅੰਟ ਹੈ ਕਿਉਂਕਿ ਇਹਦੇ ਵਿੱਚ ਟਾਈਮ ਕੰਜ਼ਿਊਮਿੰਗ ਘੱਟ ਹੈ ਤੇ ਇਹਦੇ ਵਿੱਚ ਇਕਨੋਮਿਕਲ ਵੀ ਹੈ. ਇਹ ਫਾਸਟਰ ਮੈਥਡ ਵੀ ਹੈ. A more flexible है than the mailing method. It is faster than other method. A quick way of obtaining information. It is cheaper than personal interview method. Here the cost per person per response is relatively low. The call is easily. Callback are simple and economical. There is a high rate of response than what we have in mailing method. In the non-response is generally very low. Replies can be recorded without causing embarrassment to respondent. Interview can explain requirements more easily. At times, access can be gained to respondent who otherwise cannot be contacted for one reason or other reason. No field staff is required. Representative and wider distribution of sample is possible. ਤਾਂ ਇਹ ਮੈਥਡ ਮੇਨਲੀ ਇਕਨੋਮਿਕਲ ਹੈ, ਟਾਈਮ ਸੇਵਿੰਗ ਹੈ, ਜ਼ਿਆਦਾ ਸਾਨੂੰ ਸਟਾਫ ਦੀ ਫੀਲਡ ਸਟਾਫ ਦੀ ਲੋੜ ਨਹੀਂ ਪੈਂਦੀ. ਅਸੀਂ ਰਿਸਪੌਂਸਸ ਨੂੰ ਰਿਕਾਰਡ ਕਰ ਸਕਦੇ ਹਾਂ. ਜਿਨ੍ਹਾਂ ਲੋਕਾਂ ਨੂੰ ਅਸੀਂ ਪਰਸਨਲੀ ਮਿਲਣਾ ਪੋਸੀਬਲ ਨਹੀਂ ਹੈ ਉਹਨਾਂ ਨੂੰ ਫੋਨ ਕਾਲ ਦੁਆਰਾ ਜਿਹੜਾ ਹੈ ਟੈਲੀਫੋਨਿਕਲੀ ਉਸਨੂੰ ਅਪਰੋਚ ਕੀਤਾ ਜਾ ਸਕਦਾ. ਤਾਂ ਇਹ ਕੁਝ ਐਡਵਾਂਟੇਜ ਹੈਗੀਆਂ ਨੇ ਇਸ ਦੀਆਂ ਟੈਲੀਫੋਨ ਇੰਟਰਵਿਊਜ਼ ਦੀਆਂ. नेक्स्ट मैथड है कलेक्शन ऑफ डाटा थ्रू क्वेश्चनियर्स. ਇਹ ਬਹੁਤ ਹੀ ਪਪੂਲਰ ਮੈਥਡ ਹੈ. ਇਹਦੇ ਵਿੱਚ ਅਸੀਂ ਕੁਐਸਚਨ ਇੱਕ ਸੈਟ ਆਫ ਕੁਐਸਚਨਸ ਬਣਾਇਆ ਜਾਂਦਾ ਹੈ ਤੇ ਜਿਸ ਨੂੰ ਕੁਐਸਚਨਰ ਕਹਿੰਦੇ ਆ. ਇਹਦੇ ਵਿੱਚ ਨੰਬਰ ਆਫ ਕੁਐਸਚਨਸ ਹੁੰਦੇ ਨੇ, ਉਹ ਪ੍ਰਿੰਟਡ ਹੁੰਦੇ ਨੇ ਔਰ ਟਾਈਪਡ ਇਨ ਡਿਫਰੈਂਟ ਆਰਡਰ ਔਨ ਅ ਫਾਰਮ ਔਰ ਸੈਟ ਆਫ ਫਾਰਮਸ. ਦ ਕੁਐਸਚਨਸ ਮੇਲਡ ਟੂ ਦ ਰਿਸਪੋਂਡੈਂਟ ਹੂ ਆਰ ਐਕਸਪੈਕਟਡ ਟੂ ਰੀਡ ਐਂਡ ਅੰਡਰਸਟੈਂਡ ਦ ਕੁਐਸਚਨ ਐਂਡ ਰਾਈਟ ਡਾਊਨ ਦ ਰਿਪਲਾਈ ਇਨ ਦ ਸਪੇਸ meant for the purpose in the questionnaire itself. The respondents have to answer the question on their own. ਇੱਕ ਸੈਟ ਆਫ ਕੁਐਸਚਨਸ ਨੂੰ ਅਸੀਂ ਇੱਕ ਸਿਸਟਮੈਟਿਕ ਵੇ ਨਾਲ ਟਾਈਪ ਕੀਤਾ ਜਾਂਦਾ ਹੈ. ਉਸਨੂੰ ਅਸੀਂ ਡਿਫਰੈਂਟ ਪਰਸਨ ਨੂੰ ਅਸੀਂ ਮੇਲ ਕਰਦੇ ਹਾਂ ਤੇ ਮੇਲ ਕਰਨ ਤੋਂ ਬਾਅਦ ਉਹਨਾਂ ਰਿਸਪੋਂਡੈਂਟਸ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਸ ਨੂੰ ਪੜ੍ਹਨ ਤੋਂ ਬਾਅਦ ਉਹਦਾ ਆਨਸਰ ਦੇਣਗੇ ਤੇ ਵਾਪਸ ਰਿਵਰਟ ਮੇਲ ਕਰਨਗੇ. The method of collecting the data by mailing the questionnaires to respondents is most extensively applied in various economic and business surveys. The METs claimed on behalf of this method are ਇਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਮੈਟਸ ਹੈਗੀਆਂ ਨੇ. ਪਹਿਲਾ ਤਾਂ ਹੈ ਕਿ ਇਹ ਲੋ ਕਾਸਟ ਹੈ ਈਵਨ ਵੈਨ ਦਾ ਯੂਨੀਵਰਸ ਇਜ਼ ਲਾਰਜ ਐਂਡ ਵਾਈਡਲੀ ਸਪਰੈਡ ਜਿਓਗ੍ਰਾਫਿਕਲੀ. ਬਹੁਤ ਇਕਨੋਮਿਕਲ ਹੈ. ਇਹਦੇ 'ਚ ਕੋਈ ਬਾਇਸਿੰਗ ਆਫ ਇੰਟਰਵਿਊਰ ਨਹੀਂ ਹੈ. ਆਨਸਰਸ ਆਰ ਇਨ ਰਿਸਪੋਂਡੈਂਟਸ ਓਨ ਵਰਡਸ. Respondents have adequate time to give well thought answers.
Who are not easily approachable can also be reached conveniently. Large samples can be made use of, and thus results can be made more dependable and reliable. ਇਹ ਕੋਸ਼ਿਸ਼ ਤੇ ਮੈਥਸ ਨੇ low cost, easy approach to large mass, and sufficient time to respond for the respondents. ਇਸ ਦੀਆਂ ਕੁਝ ਡੀਮੈਟਸ ਵੀ ਹੈਗੀਆਂ ਨੇ. ਲੋ ਰੇਟ ਆਫ ਰਿਟਰਨ ਆਫ ਡਿਊਲੀ ਫਿਲਡ ਇਨ ਕੁਐਸਚਨਰਸ ਬਾਇਸ ਡਿਊ ਟੂ ਨੋ ਰਿਸਪੌਂਸ ਇਜ਼ ਆਫਨ ਇੰਟਰਮੀਡੀਏਟ. ਕੁਝ ਲੋਕ ਕੁਐਸਚਨਰਸ ਮੇਲ ਦਾ ਰਿਸਪੌਂਡ ਨਹੀਂ ਕਰਦੇ, ਤਾਂ ਉਸ ਨਾਲ ਕੀ ਹੁੰਦਾ ਹੈ ਕਿ ਜਾਂ ਸਾਨੂੰ ਲੋ ਰਿਟਰਨ ਮਿਲਦੀ ਹੈ. ਇਹ ਉਹਦੀ ਪੋਸੀਬਲ ਹੈ ਜੇਕਰ ਰਿਸਪੋਂਡੈਂਟ ਐਜੂਕੇਟਡ ਤੇ ਕੋਆਪਰੇਟਿੰਗ ਹੋਣਗੇ. ਜਦੋਂ ਅਸੀਂ ਕੁਐਸਚਨਰ ਨੂੰ ਸੈਂਡ ਕਰ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਸੈਂਡ ਕਰਨ ਤੋਂ ਬਾਅਦ ਉਸ ਦੇ ਉੱਪਰ ਕੰਟਰੋਲ ਜਿਹੜਾ ਹੈ ਉਹ ਅਸੀਂ ਖੋ ਦਿੰਦੇ ਹਾਂ. There is an inbuilt inflexibility because of difficulty of amending the approach once questionnaires have been dispatched. There is also a possibility of ambiguous reply or omission of replies altogether to certain questions. Interpretation of the omissions is difficult. It is difficult to know whether willing respondents are truly representatives. This method is likely to be slowest of all. ਇਹ slowest method ਹੈ. ਕੁਛ ਰਿਸਪੋਂਡੈਂਟ ਸਾਰੇ ਕੁਐਸਚਨ ਨੂੰ ਰਿਪਲਾਈ ਨਹੀਂ ਕਰਨਗੇ ਤਾਂ ਉਸ ਦੇ ਵਿੱਚ ਸਮੱਸਿਆ ਆਏਗੀ ਕਿ ਇਸ ਨਾਨ ਰਿਸਪੋਂਡੈਂਟ ਜੋ ਕੁਐਸਚਨ ਹੈ ਉਸ ਦਾ ਮਤਲਬ ਕੀ ਕੱਢਿਆ ਜਾਵੇ. ਤਾਂ ਕੁਛ ਡੀਮੈਟਸ ਹੈਗੀਆਂ ਨੇ. ਉਸ ਤੋਂ ਇਲਾਵਾ ਅਸੀਂ ਸਕੈਜੂਲ ਦੁਆਰਾ ਡਾਟਾ ਨੂੰ ਇਕੱਠਾ ਕਰਦੇ ਹਾਂ. This method of data collection is very much like in collection of data through questionnaire, with the little difference which lies in the fact that schedule pro forma containing a set of questions are being filled in by the enumerators who are specially appointed for the purpose. These enumerators along with such schedules go to the respondent, put to them the questions from the pro forma in order the questions are listed and record their replies in the space meant for the same pro forma. ਇਹ 'ਚ ਕੀ ਕੀਤਾ ਜਾਂਦਾ ਹੈ ਕਿ ਕੁਐਸਚਨਰ ਦੀ ਤਰ੍ਹਾਂ ਹੀ ਹੈ, ਬਟ ਇਹਦੇ ਵਿੱਚ ਇੱਕ ਪਰਸਨ ਜਿਹੜਾ ਹੈ ਉਹ ਰਿਸਪੋਂਡੈਂਟ ਨੂੰ ਅਪਰੋਚ ਕਰਦਾ ਹੈ ਤੇ ਉਸ ਨੂੰ ਕੁਐਸਚਨ ਪੁੱਛੇ ਜਾਂਦੇ ਹਨ ਤੇ ਉਸਦੇ ਜਿਹੜੇ ਆਨਸਰ ਨੇ ਉਸਦੇ ਉੱਪਰ ਉਸ ਪਰਫਾਰਮਾ ਦੇ ਉੱਪਰ ਰਿਕਾਰਡ ਕੀਤੇ ਜਾਂਦੇ ਹਨ. Enumerators explain the aims and objectives of the investigation, also remove the difficulties with any respondent may feel in understanding the implications of particular question or the definition of concept of different terms. ਇਹਦੇ ਵਿੱਚ ਕੀ ਜਿਵੇਂ ਪਹਿਲਾਂ ਵਾਲੀ ਕੁਐਸਚਨਰ ਮੈਥਡ 'ਚ ਕੀ ਪ੍ਰੋਬਲਮ ਆ ਰਹੀ ਸੀ ਕਿ ਹੋ ਸਕਦਾ ਅਸੀਂ ਜਿਹੜਾ ਕੁਐਸਚਨਰ ਮੇਲ ਦੁਆਰਾ ਭੇਜਿਆ ਗਿਆ ਸੀ ਤੇ ਕੁਝ ਕੁਐਸਚਨ ਉਸ ਰਿਸਪੋਂਡੈਂਟ ਨੂੰ ਸਮਝ ਨਾ ਆਏ ਹੋਣ ਜਾਂ ਉਹਨਾਂ ਦਾ ਮਕਸਦ ਕੀ ਹੈ ਜਾਂ ਕਿਸ ਤਰ੍ਹਾਂ ਜਾਂ ਡਿਫੀਕਲਟੀ ਹੈ. ਤਾਂ ਇਸ ਤਰ੍ਹਾਂ ਦੇ ਡਿਫੀਕਲਟੀ ਨੂੰ ਨੰਬਰ ਜੋ ਹੈਗੇ ਆ ਨਾਲ ਉਸ ਨੂੰ ਐਕਸਪਲੇਨ ਕਰਕੇ ਉਹ ਦੂਰ ਕਰ ਸਕਦੇ ਹਨ ਤੇ ਜਿਹੜਾ ਹੈ ਕੁਐਸਚਨਸ ਨੂੰ ਈਜ਼ੀ ਵੇ ਨਾਲ ਉਹ ਰਿਸਪੋਂਡੈਂਟ ਨੂੰ ਸਮਝਾ ਸਕਦੇ ਹਨ. ਇਸ ਦੇ ਵਿੱਚ ਸਾਨੂੰ ਐਨਾਮੀਟਰਸ ਜਿਹੜੇ ਹੈਗੇ ਨੇ ਉਸ ਦੀ ਸਿਲੈਕਸ਼ਨ ਦੀ ਲੋੜ ਹੋਏਗੀ. ਠੀਕ ਹੈ, ਤਾਂ ਉਹਨਾਂ ਨੂੰ ਜਿਹੜਾ ਹੈ ਟ੍ਰੇਨ ਕਰਨਾ ਪਏਗਾ to perform their jobs well, and nature scope of investigation should be explained to them thoroughly so that they may well understand the implications of different questions put in the schedule. A number should be intelligent, must possess the capacity of cross-examination in order to find out the truth. All above, they should be honest, sincere, hard-working, and should have patience and perseverance. ਤਾਂ ਇਹ ਕੁਛ ਖਾਸੀਅਤ ਕੁਛ ਜਿਹੜੀਆਂ ਹੈਗੀਆਂ ਕਰੈਕਟਰਿਸਟਿਕ ਹੋਣੇ ਚਾਹੀਦੇ ਨੇ ਨੰਬਰਸ ਦੇ ਵਿੱਚ. ਇੰਟੈਲੀਜੈਂਟ ਹੋਣਾ ਚਾਹੀਦਾ, ਉਹ ਕ੍ਰੋਸ ਐਗਜ਼ਾਮੀਨੇਸ਼ਨ ਕਰਨ ਦੇ ਯੋਗ ਹੋਵੇ, ਇਸ ਤੋਂ ਇਲਾਵਾ ਓਨੈਸਟ ਹੋਵੇ, ਸਿੰਸੀਅਰ ਹੋਵੇ ਤੇ ਹਾਰਡ ਵਰਕਿੰਗ ਹੋਣਾ ਚਾਹੀਦਾ ਹੈ. ਕੁਐਸਚਨਰ ਤੇ ਸਕੈਜੂਅਲ ਮੈਥਡ ਦੇ ਵਿੱਚ ਡਿਫਰੈਂਸ ਕੀ ਹੈ? ਦੋਨੋਂ ਹੀ ਜਿਹੜੇ ਹੈਗੇ ਨੇ ਉਹ ਡਾਟਾ ਕਲੈਕਸ਼ਨ ਕਰਨ ਵਾਸਤੇ ਅਸੀਂ ਯੂਜ਼ ਕਰਦੇ ਹਾਂ, ਸਰਵੇ ਹੈ. ਤਾਂ ਜ਼ਿਆਦਾਤਰ ਇਹਨਾਂ ਵਿੱਚ ਰਿਜ਼ੈਂਬਲੈਂਸ ਇਹ ਹੈ ਕਿ ਦੋਨਾਂ ਦੇ ਵਿੱਚ ਹੀ ਕੁਐਸਚਨ ਪੁੱਛੇ ਜਾਂਦੇ ਨੇ. ਇਸ ਤੋਂ ਇਲਾਵਾ ਜਿਹੜੇ ਡਿਫਰੈਂਸ ਹੈਗੇ ਨੇ ਉਹ ਕੀ ਨੇ? ਕੁਐਸਚਨ ਇਜ਼ ਜਨਰਲੀ ਸੈਂਡ ਥਰੂ ਮੇਲ ਟੂ ਇਨਫੋਰਮੈਂਟਸ ਟੂ ਬੀ ਆਨਸਰਡ ਐਜ਼ ਸਪੈਸੀਫਾਈਡ ਇਨ ਅ covering letter, but otherwise without further assistance from the sender. The schedule is generally filled out by the research worker or enumerator who can interrupt questions when necessary. ਕੁਐਸਚਨ ਸਿਰਫ ਮੇਲ ਦੁਆਰਾ ਭੇਜੇ ਜਾਂਦੇ ਨੇ ਤੇ ਉਸ ਦੇ ਵਿੱਚ ਰਿਸਪੋਂਡੈਂਟ ਉਹਨੂੰ ਆਨਸਰ ਕਰਦਾ ਹੈ, ਪਰੰਤੂ ਜਿਹੜਾ ਸਕੈਜੂਅਲ ਮੈਥਡ ਹੈ ਉਹਦੇ ਵਿੱਚ ਰਿਸਰਚ ਵਰਕਰ ਜਾਂ ਐਨੂਮਰੇਟਰ ਜਾਂ ਖੁਦ ਜਿਹੜਾ ਹੈ ਉਹ ਕੁਐਸਚਨ ਨੂੰ ਰਿਕਾਰਡ ਕਰਦਾ ਹੈ,
who can interpret the question when necessary. To collect data through question is relatively cheap, economical, ਜਦੋਂ ਕਿ ਜਿਹੜਾ ਦੂਸਰਾ ਮੈਥਡ ਹੈ ਸਕੈਜੂਅਲ ਮੈਥਡ ਦੇ ਵਿੱਚ ਇੱਕ ਨੰਬਰ ਨੂੰ ਅਪਾਇੰਟ ਕਰਨਾ ਪੈਂਦਾ ਤਾਂ ਜਿਹੜਾ ਹੈ ਉਹ ਇਕਨੋਮਿਕਲ ਨਹੀਂ ਹੋਏਗਾ, ਉਹ ਕਾਸਟਲੀ ਹੋਏਗਾ. Money is also spent on preparing schedules. Non-response is usually high in case of questionnaire, but in case of schedules this is very low. In case of questionnaire it is not only it is always clear as to who replies, but in case of schedule the identity of a respondent is known. ਕੁਐਸਚਨੇਅਰ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਸਾਨੂੰ ਰਿਪਲਾਈ ਕੌਣ ਕਰ ਰਿਹਾ ਹੈ, ਪਰੰਤੂ ਸਕੈਜੂਅਲ ਮੈਥਡ ਦੇ ਵਿੱਚ ਸਾਨੂੰ ਪਤਾ ਹੁੰਦਾ ਹੈ ਕਿ ਰਿਸਪੋਂਡੈਂਟ ਕੌਣ ਹੈ, ਰਿਸਪੋਂਡੈਂਟ ਨੋਨ ਹੁੰਦਾ ਹੈ. ਕੁਐਸਚਨੇਅਰ ਮੈਥਡ ਬਹੁਤ ਸਲੋ ਹੁੰਦਾ ਹੈ, since many respondents do not return the questionnaire in time despite several reminders, but in case of schedule in the information is collected well in time, they are filled in by annotators. Annotators ਜਲਦੀ ਜਿਹੜਾ ਆਪਣਾ ਉਹ ਜਿਹੜਾ ਕੰਮ ਹੈ ਉਹ in time ਉਹ ਕਰ ਲੈਂਦੇ ਹਨ, ਪਰੰਤੂ ਕੁਐਸਚਨੇਅਰ ਮੈਥਡ ਦੇ ਵਿੱਚ ਉਹ ਰਿਸਪੋਂਡੈਂਟ ਜਿਹੜਾ ਉਹ ਰਿਪਲਾਈ ਇਨ ਟਾਈਮ ਨਹੀਂ ਕਰਦੇ. ਪਰਸਨਲ ਕੰਟੈਕਟ ਇਜ਼ ਜਨਰਲੀ ਨਾਟ ਪੋਸੀਬਲ ਇਨ ਕੇਸ ਆਫ ਕੁਐਸਚਨੇਅਰ ਮੈਥਡ, ਪਰੰਤੂ ਜਿਹੜਾ ਸਕੈਜੂਅਲ ਮੈਥਡ ਦੇ ਵਿੱਚ ਹੈ ਉਹ ਡਾਇਰੈਕਟ ਪਰਸਨਲ ਜਿਹੜਾ ਕੰਟੈਕਟ ਪੋਸੀਬਲ ਹੈ ਵਿਦ ਦਾ ਰਿਸਪੋਂਡੈਂਟ. ਕੁਐਸਚਨੇਅਰ ਮੈਥਡ ਅਸੀਂ ਉਦੋਂ ਹੀ ਅਸੀਂ ਯੂਜ਼ ਕਰ ਸਕਦੇ ਜੇਕਰ ਰਿਸਪੋਂਡੈਂਟ ਲਿਟਰੇਟ ਨੇ ਤੇ ਕੋਆਪਰੇਟਿਵ ਨੇ, ਪਰੰਤੂ ਇਨ ਕੇਸ ਆਫ ਸਕੈਜੂਅਲ ਇਨਫੋਰਮੇਸ਼ਨ can be gathered even when the respondent happen to be illiterate. Wider and more representative distribution of sample is possible under the questionnaire method, but in respect of schedule there usually means that difficult in sending numbers over a relatively wider area. ਇਹ ਕੁਝ ਕਮੀ ਹੈ ਸਕੈਜੂਅਲ ਮੈਥਡ ਦੇ ਵਿੱਚ, ਅਸੀਂ ਸਕੈਜੂਅਲ ਮੈਥਡ ਦੇ ਨਾਲ ਅਸੀਂ ਵਾਈਡਰ ਏਰੀਆ ਨੂੰ ਕਵਰ ਨਹੀਂ ਕਰ ਸਕਦੇ, ਜਦੋਂ ਕਿ ਕੁਐਸਚਨਰ ਮੈਥਡ ਦੇ ਵਿੱਚ ਅਸੀਂ ਕਾਫੀ ਲਾਰਜ ਏਰੀਆ ਅਸੀਂ ਕਵਰ ਕਰ ਸਕਦੇ ਹਾਂ. Risk of collecting incomplete and wrong information is relatively more under the questionnaire method, particularly when people are unable to understand the question properly. ਕੁਐਸਚਨਰ ਮੈਥਡ ਦੇ ਵਿੱਚ ਕੁਝ ਕੁਐਸਚਨ ਹੋ ਸਕਦਾ ਹੈ ਕਿ ਲੋਕਾਂ ਨੂੰ ਸਮਝ ਨਾ ਆਏ ਹੋਣ ਤੇ ਉਹਨਾਂ ਦੇ ਜਿਹੜਾ ਇਨਫੋਰਮੇਸ਼ਨ ਹੈ ਉਹ ਰੋਂਗ ਇਨਫੋਰਮੇਸ਼ਨ ਦੇ ਦੇਣ, ਪਰੰਤੂ ਸਕੈਜੂਅਲ ਮੈਥਡ ਦੇ ਵਿੱਚ ਜਿਹੜਾ ਹੈ ਕਿਉਂਕਿ ਡਾਟਾ ਇਨਫੋਰਮੇਸ਼ਨ ਕਨਵਰਟ ਕਰ ਰਿਹਾ ਐਨਾਮੀਟਰ, ਤੇ ਐਨਾਮੀਟਰ ਜਿਹੜਾ ਇਸ ਤਰ੍ਹਾਂ ਦੇ ਡਿਫੀਕਲਟੀਜ਼ ਨੂੰ ਉਹ ਰਿਮੂਵ ਕਰ ਸਕਦਾ ਹੈ, ਰਿਸਪੋਂਡੈਂਟ ਨੂੰ ਦੱਸ ਸਕਦਾ ਹੈ ਕਿ ਇਸ ਕੁਐਸਚਨ ਦਾ ਮੀਨਿੰਗ ਕੀ ਹੈ ਤੇ ਇਸ ਨੂੰ ਅਸੀਂ ਕਿਵੇਂ ਆਨਸਰ ਕਰਨਾ ਹੈ. Next is success of questionnaire methods lies more on the quality of questionnaire itself, but in the case of schedule method much depends upon the honesty and competence of annotator. In order to attract the attention of respondent, the physical appearance of questionnaire must be quite attractive, but this may not be so in case of schedule, as they are to be filled by annotator and not by the respondents. Along the schedules, observation method can also be used, but such a thing is not possible while collecting the data through questionnaire. तो एक ਹੋਰ ਮੈਰਿਟ ਹੈ ਕਿ ਅਸੀਂ ਕੁਐਸਚਨ ਮੈਥਡ ਦੇ ਵਿੱਚ ਕੁਐਸਚਨਰ ਮੈਥਡ ਦੇ ਵਿੱਚ ਅਸੀਂ ਆਬਜ਼ਰਵੇਸ਼ਨ ਮੈਥਡ ਨੂੰ ਨਹੀਂ ਅਪਲਾਈ ਕਰ ਸਕਦੇ, ਪਰੰਤੂ ਸਕੈਜੂਅਲ ਮੈਥਡ ਦੇ ਵਿੱਚ ਕਿਉਂਕਿ ਐਨਾਮੀਟਰ ਖੁਦ ਰਿਸਪੋਂਡੈਂਟ ਨੂੰ ਅਪਰੋਚ ਕਰ ਰਿਹਾ ਹੁੰਦਾ ਤਾਂ ਆਬਜ਼ਰਵੇਸ਼ਨ ਮੈਥਡ ਵੀ ਯੂਜ਼ ਕਰ ਸਕਦਾ ਹੈ ਫॉर ਦੀ ਕਲੈਕਸ਼ਨ ਆਫ ਡਾਟਾ. नेक्स्ट है कलेक्शन ऑफ सैकेंडरी डाटा. सैकेंडरी डाटा मीनस डाटा जो साडे कोल पहले ही अवेलेबल है, वो ऑलरेडी कलेक्टेड एंड एनालाइज्ड किया गया है बाय समवन एल्स. When researcher utilizes secondary data, then he has to look into various sources from where he can obtain them. In this case, he is certainly not confronted with the problems that are usually associated with the collection of original data. जो original data जो primary data ਨੂੰ ਅਸੀਂ collect ਕਰਨ ਵਿੱਚ ਅਸੀਂ problems face ਕਰਦੇ ਹਾਂ, ਉਹ secondary data ਨੂੰ collect ਕਰਨ ਵਿੱਚ ਨਹੀਂ ਹੁੰਦੀ. second data ਉਹ published ਵੀ ਹੋ ਸਕਦਾ ਹੈ, unpublished ਵੀ ਹੁੰਦਾ ਹੈ. ਤਾਂ published data ਜਿਹੜਾ secondary data ਜਿਹੜਾ ਹੈ ਉਹ ਕਿੱਥੋਂ ਮਿਲੇਗਾ ਸਾਨੂੰ, ਕਿਹੜੇ ਕਿਹੜੇ sources ਨੇ. first ਹੈ various publications of central, state or local governments. ਜੋ ਸਾਡੀ ਸਟੇਟ, ਸੈਂਟਰਲ ਜਾਂ ਲੋਕਲ ਗਵਰਨਮੈਂਟ ਪਬਲਿਕੇਸ਼ਨ ਕਰਦੀ ਹੈ ਉਹ ਸਾਡਾ ਸੋਰਸ ਹੋ ਸਕਦਾ ਹੈ.
various publications of foreign government or international bodies or their subsidiary organizations. ਫੋਰਨ ਗਵਰਨਮੈਂਟਸ ਇੰਟਰਨੈਸ਼ਨਲ ਬੋਡੀ ਜੋ ਪਬਲਿਸ਼ ਕਰਦੀ ਹੈ, ਫੋਰ ਐਗਜ਼ਾਮਪਲ ਜਿਵੇਂ ਰਿਸਰਚ ਜਰਨਲਸ ਹੋ ਗਏ, ਇੰਟਰਨੈਸ਼ਨਲ ਲੈਵਲ ਦੀਆਂ ਬੁੱਕਸ ਹੋ ਗਈਆਂ, ਟੈਕਨੀਕਲ ਐਂਡ ਟ੍ਰੇਡ ਜਰਨਲਸ ਹੋ ਗਏ, ਬੁੱਕਸ ਹੋ ਗਈਆਂ, ਮੈਗਜ਼ੀਨ ਹੋ ਗਏ, ਨਿਊਜ਼ਪੇਪਰ ਹੋ ਗਏ, ਰਿਪੋਰਟਸ ਤੇ ਪਬਲਿਕੇਸ਼ਨ, ਵੇਰੀਅਸ ਐਸੋਸੀਏਸ਼ਨਸ ਕਨੈਕਟਡ ਵਿਦ ਬਿਜ਼ਨਸ ਐਂਡ ਇੰਡਸਟਰੀ, ਬੈਂਕ, ਸਟਾਕ ਐਕਸਚੇਂਜਸ, ਇਹ ਸਾਡੇ ਸੋਰਸ ਆਫ ਸੈਕੰਡਰੀ ਇਨਫੋਰਮੇਸ਼ਨ ਨੇ। ਰਿਪੋਰਟਸ ਪ੍ਰੀਪੇਅਰਡ ਬਾय research scholars, universities, economists, etc. in different fields, public records and statistics, historical documents and other sources of published information. ये सारे सारे secondary data ਦੇ sources ਨੇ। ਅੱਜ ਕੱਲ ਸਾਨੂੰ ਜਿਹੜਾ ਡਾਟਾ ਹੈ ਉਹ ਵੈਬਸਾਈਟਸ ਦੇ ਉੱਪਰ ਵੀ ਸਾਨੂੰ ਮਿਲ ਜਾਂਦਾ ਹੈ। ਫੋਰ ਐਗਜ਼ਾਮਪਲ ਅਫੀਸ਼ੀਅਲ ਵੈਬਸਾਈਟ ਆਫ ਰਿਜ਼ਰਵ ਬੈਂਕ ਆਫ ਇੰਡੀਆ, ਨੈਸ਼ਨਲ ਸਟਾਕ ਐਕਸਚੇਂਜ, ਇਹਨਾਂ ਤੋਂ ਸਾਡੇ ਕੋਲ ਜਿਹੜਾ ਹੈ ਡਾਟਾ ਉਹ ਫ੍ਰੀਲੀ ਅਵੇਲੇਬਲ ਹੁੰਦਾ ਹੈ। And also provided in Excel sheets. The source of unpublished data are many. They may be found in diaries, letters, unpublished biographies, autobiographies, and also may be available with scholar and research workers, trade associations, labor bureaus. ਇਹ ਕੁਝ ਇਸ ਤਰ੍ਹਾਂ ਦੇ ਹੋਰ ਸੋਰਸਸ ਨੇ ਜਿਸ ਤੋਂ ਅਸੀਂ ਅਨਪਬਲਿਸ਼ਡ ਡਾਟਾ ਵੀ ਲੈ ਸਕਦੇ ਹਾਂ। ਤਾਂ ਸਾਨੂੰ ਸੈਕੰਡ ਡਾਟਾ ਲੈਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ, ਰਿਸਰਚਰ ਨੂੰ ਕੀ ਕੁਐਸਚਨ ਰੱਖਣੀ ਚਾਹੀਦੀ ਹੈ। ਤਾਂ ਪਹਿਲਾਂ ਚੈੱਕ ਕਰਨਾ ਚਾਹੀਦਾ ਕਿ ਡਾਟਾ ਰਿਲਾਇਬਲ ਹੈ ਕਿ ਨਹੀਂ। ਡਾਟਾ ਰਿਲਾਇਬਿਲਿਟੀ ਆਫ ਡਾਟਾ ਸਾਨੂੰ ਚੈੱਕ ਕਰਨੀ ਪਏਗੀ। The reliability can be tested by finding out such things about the said data: who collected the data, what were the sources of data, where they collected them by using proper methods, were they collected by using proper methods, at what time were they collected, was there any bias of the compiler, what level of accuracy was desired, was it achieved। ਇਹ ਕੁਝ ਕੁਐਸਚਨਸ ਨੇ ਤੁਹਾਡੇ ਮਾਈਂਡ 'ਚ ਰੱਖਣੇ ਪੈਣਗੇ। ਡਾਟਾ ਕਿਸ ਨੇ ਕਲੈਕਟ ਕੀਤਾ, ਡਾਟਾ ਦੇ ਸੋਰਸਸ ਕੀ ਸੀ, ਕੀ ਉਸ ਸਮੇਂ ਡਾਟਾ ਨੂੰ ਕਲੈਕਟ ਕਰਨ ਦੇ ਲਈ ਪ੍ਰੋਪਰ ਮੈਥਡ ਯੂਜ਼ ਕੀਤਾ ਗਿਆ, ਕਿਸ ਟਾਈਮ ਤੇ ਡਾਟਾ ਕਲੈਕਟ ਕੀਤਾ ਗਿਆ, ਕੀ ਇਹਦੇ ਵਿੱਚ ਕੋਈ ਕੰਪਾਈਲਰ ਦੀ ਬਾਇਸਿੰਗ ਸੀ, ਤਾਂ ਉਸ ਦੀ ਜਿਹੜੀ ਹੈ ਲੈਵਲ ਆਫ ਐਕੂਰੇਸੀ ਕੀ ਹੈ। ਤਾਂ ਇਸ ਤਰ੍ਹਾਂ ਦੇ ਕੁਝ ਕੁਐਸਚਨ ਨੂੰ ਮਾਈਂਡ 'ਚ ਰੱਖਦੇ ਹੋਏ ਅਸੀਂ ਡਾਟਾ ਕਲੈਕਟ ਕਰਦੇ ਹਾਂ। ਨੈਕਸਟ ਹੈ ਸੁਟੇਬਿਲਿਟੀ ਆਫ ਡਾਟਾ। The data that are suitable for one query may not be necessarily found suitable in the another query. Hence, if the available data are found to be unsuitable, they should not be used by the researcher. In this context, the researcher must very carefully scrutinize the definition of various terms and units of collection used at the time of collecting the data from the primary sources originally. Similarly, the object, scope and nature of original query must be studied. If the researcher finds difference in these, the data will remain unsuitable for the present query and should not be used. जो सारे कोल अवेलेबल डाटा है वो प्राइमरी सोर्सेस ਜਦੋਂ ਕਲੈਕਟ ਕੀਤਾ ਗਿਆ ਸੀ ਤਾਂ ਉਦੋਂ ਉਸ ਸਮੇਂ ਕਿਹੜੀਆਂ ਟਰਮਸ ਤੇ ਯੂਨਿਟਸ ਆਫ ਕਲੈਕਸ਼ਨ, ਟਾਈਮ ਆਫ ਕਲੈਕਟਿੰਗ ਦੇ ਡਾਟਾ, ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੋਵੇਗਾ ਕਿ ਉਹ ਹੋਣ ਵਾਲੀ ਸਾਡੀ ਜਿਹੜੀ ਹੈ ਸਕੋਪ, ਜਿਹੜੀ ਹਾਈਪੋਥੈਸਿਸ ਹੈ ਉਹਦੇ ਆਬਜੈਕਟ ਸਕੋਪ ਤੇ ਨੇਚਰ ਨਾਲ ਮੇਲ ਖਾਂਦਾ ਕਿ ਨਹੀਂ ਖਾਂਦਾ। ਤਾਂ ਇਹ ਚੀਜ਼ਾਂ ਸਟੱਡੀ ਕਰਨੀਆਂ ਪੈਣਗੀਆਂ ਤੇ ਜੇਕਰ ਕੋਈ ਡਿਫਰੈਂਸਿਸ ਹੈ ਤਾਂ ਉਹ ਸਾਡੇ ਲਈ ਫਿਰ ਸੂਟੇਬਲ ਡਾਟਾ ਨਹੀਂ ਹੋਏਗਾ। ਐਡਿਕੁਏਸੀ ਆਫ ਡਾਟਾ, ਤਾਂ ਜੋ ਸਾਡੇ ਕੋਲ ਡਾਟਾ ਸਾਨੂੰ ਮਿਲ ਰਿਹਾ ਹੈ ਕਿ ਉਹ ਸਾਡੇ ਰਿਸਰਚ ਦੇ ਲਈ ਉਹ ਐਡਿਕੁਏਟ ਹੈ। ਜੇ ਐਡਿਕੁਏਟ ਹੈ ਤਾਂ ਅਸੀਂ ਉਸ ਨੂੰ ਲਵਾਂਗੇ, ਅਦਰਵਾਈਜ਼ ਨੂੰ ਸਾਡੇ ਲਈ ਉਹ ਰਿਲਾਇਬਲ ਜਾਂ ਸੂਟੇਬਲ ਨਹੀਂ ਹੋਏਗਾ। ਨੈਕਸਟ ਹੈ ਪ੍ਰਾਇਮਰੀ ਡਾਟਾ ਦਾ ਕਲੈਕਟ ਕਰਨ ਦਾ ਕੇਸ ਸਟੱਡੀ ਮੈਥਡ। The case study method is very popular form of qualitative analysis and involves a careful and complete observation of the social world. Be that unit a person, a family, an institution, or a cultural group, or even the entire community. It is a method of study in depth rather than breadth. The case study places more emphasis on full analysis of a limited number of events or conditions and their interrelations. The case study deals with the process that makes place and their interrelationship. Case study is essentially an intensive investigation of particular unit
under consideration. The objective of the case study method is to locate the factor and that account for the behavior patterns of the given unit as a integrated totality. Case study एक ज़्यादा ਲਾਰਜ ਏਰੀਆ ਨੂੰ ਕਵਰ ਕਰਨ ਦੀ ਬਜਾਏ ਅਸੀਂ ਇੱਕ ਪਾਰਟਿਕੂਲਰ ਯੂਨਿਟ ਦੇ ਉੱਪਰ ਫੋਕਸ ਕਰਦੇ ਹਾਂ। ਉਸ ਯੂਨਿਟ ਕੀ ਇੱਕ ਫੈਮਿਲੀ, ਇੱਕ ਇੰਸਟੀਟਿਊਸ਼ਨ, ਇੱਕ ਕਲਚਰ ਗਰੁੱਪ ਹੋ ਸਕਦਾ ਹੈ। ਉਸ ਦੀ ਵਾਈਡਰ ਏਰੀਆ ਨੂੰ ਸਟੱਡੀ ਕਰਨ ਦੀ ਬਜਾਏ ਉਸ ਨੂੰ ਡੈਪਥ ਉਸ ਦੀ ਜਿਹੜੀ ਹੈਗੀ ਹੈ ਜਿਹੜੀ ਸਟੱਡੀ ਹੈ ਉਹ ਇਨ ਡੈਪਥ ਕੀਤੀ ਜਾਂਦੀ ਹੈ, ਨਾ ਕਿ ਇਨ ਬ੍ਰੈਥ, ਕਿਉਂਕਿ ਉਸ ਨੂੰ ਸਟੱਡੀ ਨੂੰ ਡੀਪਲੀ ਸਟੱਡੀ ਕੀਤਾ ਜਾਂਦਾ ਹੈ ਉਸ ਕੇਸ ਨੂੰ। ਤਾਂ ਉਹਦੇ ਵਿੱਚ ਕੀ ਹੈ ਕਿ ਇੰਟਰ ਰਿਲੇਸ਼ਨਸ਼ਿਪ ਹੈ ਵੇਰੀਅਸ ਵੇਰੀਏਬਲਸ, ਇਸ ਦੇ ਉੱਪਰ ਸਟੱਡੀ ਕੀਤੀ ਜਾਂਦੀ ਹੈ ਤੇ ਕਿਹੜੇ ਫੈਕਟਰਸ ਜਿਹੜੇ ਹੈ ਉਹ ਅਕਾਊਂਟ ਕਰਦੇ ਨੇ ਇਸ ਦੇ ਜਿਹੜਾ ਹੈਗਾ ਬਿਟਵੀਨ ਦਾ ਇੰਟਰ ਰਿਲੇਸ਼ਨਸ਼ਿਪ ਆਫ ਦਾ ਡਿਫਰੈਂਟ ਵੇਰੀਏਬਲਸ। ਕੀ ਖਾਸੀਅਤ ਨੇ, ਕੀ ਕਰੈਕਟਰਿਸਟਿਕ ਨੇ ਇਸ ਮੈਥਡ ਦੀਆਂ। Under this method, the researcher can take one single social unit or more of such units for his study purpose. He may even take a situation to study the same comprehensively. ਇਹਦੇ ਵਿੱਚ ਸਾਨੂੰ ਰਿਸਰਚਰ ਨੂੰ ਇੱਕ ਜ਼ਿਆਦਾ ਏਰੀਆ ਵਾਈਡ ਡਾਟਾ ਜਾਂ ਦੀ ਲੋੜ ਨਹੀਂ ਹੁੰਦੀ। ਇੱਕ ਸਿੰਪਲ ਯੂਨਿਟ, ਇੱਕ ਸਿੰਗਲ ਯੂਨਿਟ, ਇੱਕ ਜਾਂ ਸੋਸ਼ਲ ਯੂਨਿਟ ਨੂੰ ਲੈ ਕੇ ਉਹ ਜਿਹੜਾ ਹੈ ਉਹ ਉਸਦੀ ਡੀਪ ਸਟੱਡੀ ਕਰ ਸਕਦਾ ਹੈ। ਤਾਂ ਜੋ ਅਸੀਂ ਯੂਨਿਟ ਸਿਲੈਕਟ ਕੀਤਾ ਉਸਨੂੰ ਇੰਟੈਂਸਿਵ ਸਟੱਡੀ ਕੀਤਾ। ਇਟ ਇਜ਼ ਸਟੱਡੀਡ ਇਨ ਮਿਨਟ ਡਿਟੇਲਸ। Generally, the study extends over a long period of time to ascertain the natural history of units so as to obtain enough information for drawing correct inferences. ਤਾਂ ਉਸ ਯੂਨਿਟ ਨੂੰ ਉਹ ਲੰਬੇ ਸਮੇਂ ਤੱਕ ਸਟੱਡੀ ਕਰਦਾ ਹੈ ਰਿਸਰਚਰ, ਉਸ ਦੀ ਮਿੰਟ ਟੂ ਮਿੰਟ ਡਿਟੇਲ ਨੋਟ ਕੀਤੀ ਜਾਂਦੀ ਹੈ। ਤਾਂ ਉਸ ਤੋਂ ਲੌਂਗ ਪੀਰੀਅਡ ਤੱਕ ਸਟੱਡੀ ਕਰਨ ਤੋਂ ਬਾਅਦ ਹੀ ਕੋਈ ਫਿਰ ਇਨਫਰੈਂਸ, ਕਰੈਕਟ ਇਨਫਰੈਂਸ ਜਿਹੜੀ ਹੈ ਉਹ ਆਬਟੇਨ ਕੀਤੀ ਜਾਂਦੀ ਹੈ। ਇਸ 'ਚ ਕੀ ਹੈ ਕਿ ਅਸੀਂ ਉਸ ਯੂਨਿਟ ਦੇ ਜਿਹੜੇ ਕੰਪਲੈਕਸ ਫੈਕਟਰਸ ਨੇ ਜੋ ਉਸ that are operative within the social unit as an integrated totality, ਅਸੀਂ ਉਸ ਨੂੰ ਸਟੱਡੀ ਕਰਦੇ ਹਾਂ। ਉਸ ਨਾਲ ਕੰਪਲੀਟ ਸਟੱਡੀ, ਇੱਕ ਕੰਪਰੀਹੈਂਸਿਵ ਸਟੱਡੀ ਉਸ ਦੀ ਹੁੰਦੀ ਹੈ। Under this method approach, the approach happens to be qualitative and not quantitative. Mere quantitative information not collected, even every possible effort is made to collect information concerning all aspects of life. Qualitative study ਦੇ ਉੱਪਰ ਜ਼ਿਆਦਾ ਧਿਆਨ ਦੇਣਾ, ਨਾ ਕਿ quantitative study. In respect of the case study method, an effort is made to know the mutual interrelationship of causal effects. Under case study method, the behavior pattern of concerning unit is studied directly, not by an indirect or abstract approach. तो स्टूडेंट ये साडे लिए सैकेंडरी ते प्राइमरी डेटा सी ਅਸੀਂ ਕਲੈਕਟ ਕਿਵੇਂ ਕਰਦੇ ਹਾਂ, ਕਿਹੜੇ ਮੈਥਡ ਨੇ ਕਲੈਕਟ ਕਰਨ ਦੇ, ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਉਸ ਡਾਟਾ ਨੂੰ ਐਨਾਲਾਈਜ਼ ਕਿਵੇਂ ਕਰਨਾ ਹੈ, ਸੈਂਪਲਿੰਗ ਕਿਵੇਂ ਕਰਨੀ ਹੈ, ਤਾਂ ਇਸ ਦੇ ਵਿੱਚ ਪੜਾਂਗੇ। तो थैंक यू स्टूडेंट्स।